गर्मी आ जिहड़ी बहुत एडवांस दे विच पई आ ਉਹਦੇ ਕਾਰਨ ਜਿਹੜਾ ਇੱਕ ਬੜੀ ਕਰੋਪੀ ਦਾ ਜਿਹੜਾ ਕਿਸਾਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਦੇਖ ਸਕਦੇ ਹੋ ਤੁਸੀਂ ਅੱਜ ਨਿਕਾਲ ਦੀ ਗੱਲ ਕਰੀਏ ਲਗਭਗ 50% 2 ਤੋਂ 2.5 ਕੁਇੰਟਲ ਬਿੱਗੇ ਦੇ ਮਗਰ ਘਾਟੇ ਦਾ ਜਿਹੜਾ ਇਹ ਕਿਸਾਨਾਂ ਨੂੰ ਪਿਆ ਜੀ। ਦਾਣਾ ਮਾਜੂ ਪੈ ਗਿਆ ਜਿਹੜਾ ਐਡਵਾਂਸ ਦੇ ਵਿੱਚ ਮਾਰਚ ਦੇ ਸਟਾਰਟਿੰਗ ਦੇ ਵਿੱਚ ਹੀ ਧੁੱਪ ਜਿਹੜੀ ਹੱਦ ਤੋਂ ਜ਼ਿਆਦਾ ਪੈ ਗਈ। ਇਹ ਇੱਕ ਕਰੋਪੀ ਆ, ਬਹੁਤ ਵੱਡਾ ਕਹਿਰ ਆ ਇਹ ਕਿਸਾਨੀ ਦੇ ਉੱਤੇ। ਅਸੀਂ ਪ੍ਰਸ਼ਾਸਨ ਨੂੰ ਦੋਸ਼ ਨਹੀਂ ਦਿੰਦੇ, ਪ੍ਰਸ਼ਾਸਨ ਦੇ ਨਾਲ ਜਿਹੜਾ टोटल जे सरकार की गल नहीं करते पूरा प्रशासन वो पिछले ही आ, क्योंकि उन्होंने पिछले समय दे विच जिहड़ा उन्होंने मूँह नूं खून लग्या होया वो कमीशन मंगते सी, कमीशनां दे नाल चलदा सी। वो कहंदे सी शायद वो मुड़ के कमीशन आऊगा। तुसीं देखिया होगा इदों पहला जिहड़ा साडा चरणजीत चन्नी जी CM रहे ने उन्होंने सिर्फ ऐलान कीते ने, क्योंकि ऐलानां तो लोगों का विश्वास उठ चुकिया। चाहे 2 शब्द घट बोलो पर जिहड़े तुसीं शब्द लोगों दे विच लैके आउणे हो ਜਾਂ ਜੋ ਤੁਸੀਂ ਲੋਕਾਂ ਨਾਲ ਵਾਅਦੇ ਕਰਦੇ ਹੋ ਜਾਂ ਜੋ ਲੋਕਾਂ ਨੂੰ ਤੁਸੀਂ ਦੇਣਾ ਚਾਹੁੰਦੇ ਹੋ ਉਹ ਘੱਟੋ ਘੱਟ ਜ਼ੀਰੋ ਗਰਾਊਂਡ ਤੇ ਦੇਣ ਦੀ ਖੇਚਲਾ ਕਰੋ। ਇਹਨਾਂ ਐਲਾਨਾਂ ਦੇ ਚੱਕਰਾਂ 'ਚ ਨਾ ਪਾਓ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਪੰਜਾਬ 'ਚ ਹਾੜੀ ਦਾ ਸੀਜ਼ਨ ਜ਼ੋਰਾਂ ਤੇ ਚੱਲ ਰਿਹਾ ਹੈ। ਕਣਕ ਦੀ ਕਟਾਈ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਪੂਰੇ ਪੰਜਾਬ ਦੀਆਂ ਮੰਡੀਆਂ ਭਰ ਚੁੱਕੀਆਂ ਹਨ, ਕਿਉਂਕਿ ਜੇ ਟੈਂਪਰੇਚਰ ਦੀ ਗੱਲ ਕਰੀਏ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਈ ਆ ਅਤੇ ਜਿਹੜੀ ਕਟਾਈ ਤਕਰੀਬਨ ਵਿਸਾਖੀ ਤੋਂ ਬਾਅਦ ਹੁੰਦੀ ਆ ਉਹ ਵਿਸਾਖੀ ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਆ ਅਤੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਵੀ ਰਹੇ ਸੀ ਪਹਿਲਾਂ ਤੇ ਦਿਖਾ ਰਹੇ ਹਾਂ। ਅਸੀਂ ਨਾਭਾ ਦੀ ਅਨਾਜ ਮੰਡੀ 'ਚ ਮੌਜੂਦ ਆ। ਨਾਭਾ ਦੀ ਅਨਾਜ ਮੰਡੀ 'ਚ ਤਸਵੀਰਾਂ ਤੁਹਾਨੂੰ ਪਹਿਲਾਂ ਤਾਂ ਦਿਖਾਉਂਦੇ ਆ ਕਿ ਨਾਭਾ ਦੀ ਅਨਾਜ ਮੰਡੀ ਪੂਰੀ ਖਚਾ ਖਚ ਭਰੀ ਹੋਈ ਆ, ਕਿਉਂਕਿ ਗੱਲ ਉਹੀ ਸਾਹਮਣੇ ਆਉਂਦੀ ਆ ਕਿ ਟੈਂਪਰੇਚਰ ਗਰਮੀ ਬਹੁਤ ਜ਼ਿਆਦਾ ਪਈ। ਗਰਮੀ ਜ਼ਿਆਦਾ ਪੈਣ ਕਾਰਨ ਜੋ ਕਟਾਈ ਸੀ ਉਹ ਐਡਵਾਂਸ 'ਚ ਹੋਈ, ਪਹਿਲਾਂ ਹੋਈ। ਜਾਣੀ ਕਿ ਪਿਛਲੇ ਸਮਿਆਂ 'ਚ ਦੇਖਦੇ ਹਾਂ ਕਿ ਜਦੋਂ ਵਿਸਾਖੀ ਹੁੰਦੀ ਆ ਵਿਸਾਖੀ ਤੋਂ ਬਾਅਦ ਕਟਾਈ ਦਾ ਜ਼ੋਰ ਫੜਦਾ ਅਤੇ ਉਸ ਤੋਂ ਬਾਅਦ ਕਟਾਈ ਜ਼ਿਆਦਾਤਰ ਵਿਸਾਖੀ ਤੋਂ ਬਾਅਦ ਹੁੰਦੀ ਹੈ ਅਤੇ ਮੰਡੀਆਂ ਵਿਸਾਖੀ ਤੋਂ ਬਾਅਦ ਭਰਦੀਆਂ ਨੇ। ਪਰ ਇਸ ਵਾਰ ਵਿਸਾਖੀ ਤੋਂ ਪਹਿਲਾਂ ਸੋ ਲਗਾਤਾਰ ਪੱਖੇ ਦੀਆਂ ਤਸਵੀਰਾਂ ਵੀ ਦਿਖਾਉਣਾ ਕਿ ਪੱਖਾ ਛਣਾਈ ਭਰਾਈ ਸਾਰੀ ਮੰਡੀਆਂ ਦੇ ਵਿੱਚ ਹੋ ਰਹੀ ਹੈ। ਅਤੇ ਜੇ ਲਗਾਤਾਰ ਗੱਲਬਾਤ ਕਰੀਏ ਲਿਫਟਿੰਗ ਦਾ ਕੰਮ ਵੀ ਲਗਾਤਾਰ ਜਾਰੀ ਆ। ਗਰਾਊਂਡ ਜ਼ੀਰੋ ਤੋਂ ਤੁਹਾਨੂੰ ਰਿਪੋਰਟ ਦਿਖਾ ਰਿਹਾ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਨੇ, ਕਿਵੇਂ ਦਾ ਸਿਸਟਮ ਚੱਲ ਰਿਹਾ। ਇਸ ਵਾਰ ਦੇਖਿਆ ਜਾ ਰਿਹਾ ਕਿ ਨਿਕਾਲ ਬਹੁਤ ਘੱਟ ਆ, ਜਿਸ ਕਾਰਨ ਕਿਸਾਨ ਪਰੇਸ਼ਾਨ ਨੇ, ਮਾਯੂਸ ਨੇ, ਕਿਉਂਕਿ ਕਿਤੇ ਨਾ ਕਿਤੇ ਕੁਦਰਤ ਦੀ ਕਰੋਪੀ ਕਿਸਾਨਾਂ ਤੇ ਫੇਰ ਪਈ ਆ। ਬਾਕੀ ਗੱਲਬਾਤ ਵੀ ਕਰਾਂਗੇ, ਸਾਡੇ ਨਾਲ ਕਿਸਾਨ ਵੀ ਮੌਜੂਦ ਨੇ। ਬਾਈ ਜੀ ਮੌਜੂਦ ਨੇ ਗਮਦੂਰ ਬਾਬਰਪੁਰ। ਗਮਦੂਰ ਜੀ ਕਿਵੇਂ ਦੇਖਦੇ ਹੋ ਇਸ ਵਾਰ? ਦੱਸਿਆ ਇਹ ਵੀ ਜਾ ਰਿਹਾ ਕਿ ਨਿਕਾਲ ਜਾਂ ਜੋ ਵੀ ਫਸਲ ਦਾ ਝਾੜਾ ਬਹੁਤ ਘੱਟ ਆ ਜੀ, ਕਿੰਨਾ ਕੁ ਘੱਟ ਆ? ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇਸ ਵਾਰ ਗਰਮੀ ਆ ਜਿਹੜੀ ਬਹੁਤ ਐਡਵਾਂਸ ਦੇ ਵਿੱਚ ਪਈ ਆ ਉਹਦੇ ਕਾਰਨ ਜਿਹੜਾ ਇੱਕ ਬੜੀ ਕਰੋਪੀ ਦਾ ਜਿਹੜਾ ਕਿਸਾਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਦੇਖ ਸਕਦੇ ਹੋ ਤੁਸੀਂ ਅੱਜ ਨਿਕਾਲ ਦੀ ਗੱਲ ਕਰੀਏ ਲਗਭਗ 50% 2 ਤੋਂ 2.5 ਕੁਇੰਟਲ ਬਿੱਗੇ ਦੇ ਮਗਰ ਘਾਟੇ ਦਾ ਜਿਹੜਾ ਇਹ ਕਿਸਾਨਾਂ ਨੂੰ ਪਿਆ ਜੀ। ਔਰ ਦੂਜੀ ਗੱਲ ਦਾਣਾ ਮਾਜੂ ਪੈ ਗਿਆ ਜਿਹੜਾ ਐਡਵਾਂਸ ਦੇ ਵਿੱਚ ਮਾਰਚ ਦੇ ਸਟਾਰਟਿੰਗ ਦੇ ਵਿੱਚ ਹੀ ਧੁੱਪ ਜਿਹੜੀ ਹੱਦ ਤੋਂ ਜ਼ਿਆਦਾ ਪੈ ਗਈ। ਇਹ ਇੱਕ ਕਰੋਪੀ ਆ, ਬਹੁਤ ਵੱਡਾ ਕਹਿਰ ਆ ਇਹ ਕਿਸਾਨੀ ਦੇ ਉੱਤੇ। ਜਿਵੇਂ ਕਿ ਹੁਣ ਮਹਿੰਗਾਈ ਆ ਜਿਹੜੀ ਅਸਮਾਨ ਛੂਹ ਰਹੀ ਆ ਉਹਦੇ ਨਾਲ ਨਾਲ ਇਹ ਇੱਕ ਬਹੁਤ ਵੱਡਾ ਜਿਹੜਾ ਇਹ ਕਰੋਪੀ ਦਾ ਜਿਹੜਾ ਦੌਰ ਚੱਲ ਰਿਹਾ ਇਹਨਾਂ ਦੇ ਸੰਘਰਸ਼ ਮਤਲਬ ਬੜਾ ਕਿਸਾਨੀ ਨੂੰ ਧੱਕਾ ਲੱਗ ਰਿਹਾ ਜੀ। ਬਿਲਕੁਲ ਭਾਈ ਜੀ, ਇੱਕ ਖਰੀਦ ਏਜੰਸੀਆਂ ਨੇ ਖਰੀਦ ਬੰਦ ਕਰਤੀ ਸੀ ਕਿ ਕੁਆਲਿਟੀ ਨਹੀਂ ਹੈਗੀ ਕਣਕ ਦੀ, ਕੁਆਲਿਟੀ ਮਾੜੀ ਆ। ਕੁਆਲਿਟੀ ਦਾ ਜੇ ਆਪਾਂ ਗੱਲਬਾਤ ਕਰੀਏ ਕਿਸਾਨ ਨੇ ਤਾਂ ਪੂਰਾ ਆਪਣੀ ਜੱਦੋ ਜਹਿਦ ਨਾਲ ਫਸਲ ਦੀ ਮਤਲਬ ਕਿਤੇ ਨਾ ਕਿਤੇ ਪੈਦਾਵਾਰ ਕੀਤੀ ਆ। ਕੁਆਲਿਟੀ ਕਿਵੇਂ ਡਾਊਨ ਦਾ ਕਾਰਨ ਕੀ ਰਿਹਾ? ਡਾਊਨ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਜਦੋਂ ਆਪਾਂ ਇਹ ਫਸਲ ਲਾਈ ਆ, ਕਣਕ ਬੀਜੀ ਗਈ ਆ ਤਾਂ ਸਾਰਿਆਂ ਨੂੰ ਪਤਾ ਆਪਾਂ ਨੂੰ 1 ਮਹੀਨਾ ਜਿਹੜਾ ਲਗਾਤਾਰ ਮੀਂਹ ਦੀ ਬਾਰਿਸ਼ ਹੋਈ ਆ। ਜਿਹੜੇ ਦਿਨਾਂ ਦੇ ਵਿੱਚ ਬੂਟੇ ਨੇ ਫਟਾਰਾ ਕਰਨਾ ਸੀ ਉਹਨਾਂ ਦਿਨਾਂ ਦੇ ਵਿੱਚ ਇਸ ਫਸਲ ਨੂੰ ਉਸ ਬਾਰਿਸ਼ ਦੀ ਮਾਰ ਝੱਲਣੀ ਪਈ। ਔਰ ਉਹ ਤੋਂ ਬਾਅਦ ਜਿਹੜਾ ਖਰਚਾ ਕਿਸਾਨੀ ਦੇ ਉੱਤੇ, ਖੇਤੀ ਦੇ ਉੱਤੇ ਕਿਸਾਨੀ ਪੈਸਟੀਸਾਈਡ ਰੇਹ ਨੇ, ਇਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਖਰਚਾ ਇਹ ਕਿਸਾਨਾਂ ਦੇ ਉੱਪਰ ਪਿਆ। ਉਹਦੇ ਕਾਰਨ ਜਦੋਂ ਇਹ ਦਾਣਾ ਬਣਨਾ ਸ਼ੁਰੂ ਹੋਇਆ ਲਗਭਗ ਮਾਰਚ ਦੇ ਸਟਾਰਟਿੰਗ ਦੇ ਵਿੱਚ ਪਰਮਾਤਮਾ ਦੀ ਕਰੋਪੀ ਕਹਿ ਸਕਦੇ ਹਾਂ, ਇਹ ਸਮੇਂ ਦਾ ਬਦਲਾਅ ਕਹਿ ਸਕਦੇ ਹਾਂ। ਇੱਕ ਵੱਡੀ ਧੁੱਪ ਪੈਣ ਦੇ ਕਾਰਨ ਬੜੀ ਸਖਤ ਧੁੱਪ ਪਈ ਆ। ਮਾਜੂ ਦਾਣਾ ਕਹਿ ਰਹੇ ਨੇ ਇਹ ਕਿਸਾਨਾਂ ਦੇ ਬਸ ਦੀ ਗੱਲ ਨਹੀਂ, ਕਿਉਂਕਿ ਕਰੋਪੀ ਦਾ ਕਾਰਨ ਲੋਕਾਂ ਤੇ ਮਾਰ ਪਈ ਆ। ਅੱਜ ਇਸ ਨੂੰ ਮਾਜੂ ਕਹਿ ਰਹੇ ਨੇ, ਇਹ ਪੂਰੇ ਪੰਜਾਬ ਦੇ ਵਿੱਚ ਆ, ਕੋਈ ਇੱਕ ਜ਼ਿਮੀਂਦਾਰ ਦੀ ਗੱਲ ਨਹੀਂ। ਇੱਕ ਤਾਂ ਅੱਗੇ ਨਾਲੋਂ ਖਰਚੇ ਦੁੱਗਣੇ ਹੋ ਗਏ ਔਰ ਦੂਜਾ ਝਾੜ ਅੱਧਾ ਰਹਿ ਗਿਆ। ਤੀਜਾ ਜਿਹੜੀ ਕੁਆਲਿਟੀ ਦੀ ਮਾਰ ਪਈ ਆ, ਇਹ ਕਿਸਾਨਾਂ ਨੂੰ ਬਹੁਤ ਵੱਡਾ ਧੱਕਾ ਲੱਗਿਆ ਜੀ। ਬਿਲਕੁਲ
ਬਾਈ ਜੀ ਤੁਸੀਂ ਕਹਿ ਰਹੇ ਹੋ 2 ਕੁਇੰਟਲ ਬਿੱਗੇ ਦਾ, ਇਹ ਤਾਂ 1 ਏਕੜ ਦੀ ਗੱਲ ਕਰੀਏ ਤਾਂ 10 ਕੁਇੰਟਲ ਹੋ ਗਏ ਜੀ, ਯਾਨੀ ਕਿ 1 ਏਕੜ ਚੋਂ ਤਕਰੀਬਨ 20,000 ਰੁਪਏ ਦਾ ਘਾਟਾ ਪਿਆ ਕਿਸਾਨ ਨੂੰ। 20 ਤੋਂ 25,000 ਦਾ ਇੱਕ ਕਿਸਾਨ ਨੂੰ 1 ਏਕੜ ਦਾ ਘਾਟਾ ਪਿਆ ਜੀ। ਇਹ ਘਾਟਾ ਕਈ ਸਾਲਾਂ ਤੋਂ, ਵੈਸੇ ਫਸਲ ਬਹੁਤ ਵਧੀਆ ਹੋ ਰਹੀ ਸੀ, ਕਈ ਸਾਲਾਂ ਤੋਂ ਬਾਅਦ ਇਸ ਸਮੇਂ, ਪਿਛਲੀ ਵਾਰ ਜੀਰੀ ਦਾ ਦੇਖਿਆ ਤੁਸੀਂ, ਜੀਰੀ ਜਦੋਂ ਵੱਢਣ ਦਾ ਟਾਈਮ ਆਇਆ, ਪਰਮਾਤਮਾ ਦੀ ਕਰੋਪੀ ਹੋਈ, ਬੜੀ ਤਕੜੀ ਬਾਰਿਸ਼ ਦਾ ਜਿਹੜਾ ਸਾਹਮਣਾ ਕਰਨਾ ਪਿਆ ਕਿਸਾਨਾਂ ਨੂੰ। ਪਰ ਉਸੇ ਤਰ੍ਹਾਂ ਜਦੋਂ ਹੁਣ ਫਸਲ ਕਣਕ ਦੀ ਕਟਾਈ ਤੇ ਆਈ, ਇੱਕ ਗਰਮੀ ਜ਼ਿਆਦਾ ਹੋਣ ਕਾਰਨ ਅੱਜ ਜਿਹੜਾ ਇਹ ਝਾੜ ਆ ਉਹ ਅੱਧਾ ਰਹਿ ਗਿਆ। ਜਿਵੇਂ ਕਿ ਮਹਿੰਗਾਈ ਦਿਨੋਂ ਦਿਨ ਹੱਦ ਤੋਂ ਜ਼ਿਆਦਾ ਵੱਧ ਰਹੀ ਆ, ਇੱਥੇ ਉਮੀਦ ਕਰਦੇ ਹਾਂ ਅਸੀਂ ਇੱਕ ਬੇਨਤੀ ਕਰਦੇ ਹਾਂ ਇਸ ਪ੍ਰਸ਼ਾਸਨ ਨੂੰ। ਜਿਵੇਂ ਦੇਖਿਆ ਪ੍ਰਸ਼ਾਸਨ ਦੀ ਜਿਹੜੀਆਂ ਖਰੀਦ ਦੀਆਂ ਏਜੰਸੀਆਂ ਨੇ, ਉਹ ਜਦੋਂ ਇਹ ਆ ਕੇ ਫਸਲ ਨੂੰ ਦੇਖਦੀਆਂ ਨੇ ਤਾਂ ਬੋਲਦੀਆਂ ਨੇ ਕਿ ਦਾਣਾ ਮਾਜੂ ਪੈ ਗਿਆ। ਅਸੀਂ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹੁੰਦੇ ਹਾਂ, ਇਹ ਜ਼ਿਮੀਂਦਾਰ ਦੇ ਬਸ ਦੀ ਗੱਲ ਨਹੀਂ। ਇੱਕ ਤਾਂ ਖਰਚਾ ਦੁੱਗਣਾ ਹੋਇਆ, ਇੱਕ ਕੁਦਰਤ ਦੀ ਮਾਰ ਕਾਰਨ ਜਿਹੜਾ ਇਹ ਦਾਣਾ ਮਾਜੂ ਹੋਇਆ, ਉਹਦੇ ਕਾਰਨ ਹੀ ਇਹ 8 ਤੋਂ 10 ਕੁਇੰਟਲ ਏਕੜ ਦੀ ਇਹ ਜਿਹੜੀ ਕਣਕ ਰਹਿ ਗਈ ਹੈ ਜੀ। ਠੀਕ ਹੈ, ਯਾਨੀ ਕਿ ਵੱਡਾ ਨੁਕਸਾਨ ਇਹਦੇ ਕਰਕੇ ਸਾਰੇ ਪਾਸੇ ਦੇਖਣ ਨੂੰ ਮਿਲ ਰਿਹਾ। ਬਿਲਕੁਲ ਜੀ, ਜ਼ਿਮੀਂਦਾਰ ਨੂੰ ਇਹ ਘਾਟਾ ਜਿਹੜਾ, ਇਹ ਮੈਨੂੰ ਨਹੀਂ ਲੱਗਦਾ ਸ਼ਾਇਦ ਪੂਰਾ ਹੋਊਗਾ, ਕਿਉਂਕਿ ਇੱਕ ਫਸਲ ਆ, ਇੱਕ ਕਣਕ ਹੁੰਦੀ ਆ, ਅਸੀਂ ਘਰੇ ਵੀ ਰੱਖਣੀ ਹੁੰਦੀ ਆ, ਔਰ ਲਾਲਿਆਂ ਦੇ ਪੈਸੇ ਵੀ ਮੋੜਨੇ ਹੁੰਦੇ ਨੇ, ਔਰ ਪਰਿਵਾਰ ਦੇ ਸਾਡੇ ਸੁਪਨੇ ਵੀ ਬਹੁਤ ਹੁੰਦੇ ਨੇ। ਜਦੋਂ ਇਸ ਤਰ੍ਹਾਂ ਦੀ ਮਾਰ ਪੈਂਦੀ ਆ ਤਾਂ ਜਿਹੜੇ ਉਹ ਪਰਿਵਾਰ, ਇਹਨਾਂ ਕਿਸਾਨ ਜਿਹੜੇ ਇਹਨਾਂ ਦੇ ਬੜੀਆਂ ਬੜੀਆਂ ਉਮੀਦਾਂ ਰੱਖੀ ਬੈਠੇ ਨੇ, ਉਹਨਾਂ ਦੇ ਸੁਪਨੇ ਨੇ ਜਿਹੜੇ ਉਹ ਚੂਰ ਚੂਰ ਹੋ ਜਾਂਦੇ ਨੇ। ਸੋ ਇਹ ਬਸ ਦੀ ਗੱਲ ਨਹੀਂ ਹੈਗੀ, ਕੁਦਰਤ ਦੀ ਮਾਰ ਆ। ਚਲੋ ਵੈਸੇ ਲੋਕਾਂ ਨੂੰ ਹੌਸਲੇ ਵਾਲੀ ਗੱਲ ਆ ਵੀ ਲੋਕ ਪਰਵਾਹ ਨਹੀਂ ਕਰਦੇ, ਪਰ ਮਾਰ ਬੜੀ ਤਾਕੜੀ ਆ। ਇਹ 20 ਤੋਂ 25,000 ਏਕੜ ਦੀ ਮਾਰ ਪੈ ਰਹੀ ਹੈ ਜੀ। ਬਿਲਕੁਲ। ਵੈਸੇ ਪ੍ਰਬੰਧ ਦੀ ਗੱਲ ਕਰੀਏ, ਨਵੀਂ ਸਰਕਾਰ ਬਣੀ, ਆਮ ਆਦਮੀ ਪਾਰਟੀ ਆਈ, ਪ੍ਰਬੰਧ ਕਿਵੇਂ ਦੇ ਨੇ ਨਾਭਾ ਮੰਡੀ ਦੇ? ਜਿਵੇਂ ਪ੍ਰਬੰਧ ਦੀ ਗੱਲ ਕਰੂੰ, ਅੱਜ ਦੇਖ ਰਹੇ ਹੋ ਤੁਸੀਂ ਪੱਖਾ 'ਚ ਲੱਗ ਰਹੇ ਨੇ, ਭਰਾਈ ਵੀ ਹੋ ਰਹੀ ਆ। ਪਰ ਜਿਹੜੀ ਪ੍ਰਸ਼ਾਸਨ ਆ, ਅਸੀਂ ਪ੍ਰਸ਼ਾਸਨ ਨੂੰ ਦੋਸ਼ ਨਹੀਂ ਦਿੰਦੇ। ਪ੍ਰਸ਼ਾਸਨ ਦੇ ਨਾਲ ਜਿਹੜਾ ਟੋਟਲ, ਜੇ ਸਰਕਾਰ ਦੀ ਗੱਲ ਨਹੀਂ ਕਰਦੇ, ਪੂਰਾ ਪ੍ਰਸ਼ਾਸਨ ਆ ਉਹ ਪਿਛਲੇ ਹੀ ਆ, ਕਿਉਂਕਿ ਉਹਨਾਂ ਦੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਦੇ ਮੂੰਹ ਨੂੰ ਖੂਨ ਲੱਗਿਆ ਹੋਇਆ, ਉਹ ਕਮਿਸ਼ਨ ਮੰਗਦੇ ਸੀ, ਕਮਿਸ਼ਨਾਂ ਦੇ ਨਾਲ ਚੱਲਦਾ ਸੀ। ਉਹ ਕਹਿੰਦੇ ਸੀ ਸ਼ਾਇਦ ਉਹ ਮੁੜ ਕੇ ਕਮਿਸ਼ਨ ਆਊਗਾ, ਪਰ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਇਹ ਜੇ ਲੋਕਾਂ ਦੇ ਪ੍ਰੈਸ਼ਰ ਹੈਗਾ, ਸਰਕਾਰਾਂ ਤੋਂ ਬੜੀਆਂ ਉਮੀਦਾਂ ਨੇ। ਪਰ ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ, ਜਿਹੜਾ ਅੱਜ ਭਗਵੰਤ ਮਾਨ ਤੋਂ ਲੋਕਾਂ ਨੇ ਬੜਾ ਬਹੁਮਤ ਦੇ ਕੇ ਇਹਨੂੰ ਸਰਕਾਰ ਦੇ ਵਿੱਚ ਲੈ ਕੇ ਆਂਦਾ, ਮੈਂ ਬੇਨਤੀ ਕਰਨੀ ਚਾਹੁੰਦਾ ਖਾਸ ਕਰਕੇ ਸਾਡੇ MLA ਦੇਵ ਮਾਨ ਜੀ ਨੂੰ, ਜਿਵੇਂ ਕਿ ਉਹ ਆਏ ਦਿਨ ਨਵੇਂ ਤੋਂ ਨਵਾਂ ਐਲਾਨ ਕਰਦੇ ਨੇ। ਭਰਾਵੋ ਤੁਸੀਂ ਦੇਖਿਆ ਹੋਊਗਾ, ਇਦੋਂ ਪਹਿਲਾਂ ਜਿਹੜਾ ਸਾਡਾ ਚਰਨਜੀਤ ਚੰਨੀ ਜੀ CM ਰਹੇ ਨੇ, ਉਹਨਾਂ ਨੇ ਸਿਰਫ ਐਲਾਨ ਹੀ ਕੀਤੇ ਨੇ, ਕਿਉਂਕਿ ਐਲਾਨਾਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ। ਚਾਹੇ 2 ਸ਼ਬਦ ਘੱਟ ਬੋਲੋ, ਪਰ ਜਿਹੜੇ ਤੁਸੀਂ ਸ਼ਬਦ ਲੋਕਾਂ ਦੇ ਵਿੱਚ ਲੈ ਕੇ ਆਉਂਦੇ ਹੋ, ਜਾਂ ਜੋ ਤੁਸੀਂ ਲੋਕਾਂ ਨਾਲ ਵਾਅਦੇ ਕਰਦੇ ਹੋ, ਜਾਂ ਜੋ ਲੋਕਾਂ ਨੂੰ ਤੁਸੀਂ ਦੇਣਾ ਚਾਹੁੰਦੇ ਹੋ, ਉਹ ਘੱਟੋ ਘੱਟ 0 ਗਰਾਊਂਡ ਤੇ ਦੇਣ ਦੀ ਖੇਚਲਾ ਕਰੋ, ਇਹਨਾਂ ਐਲਾਨਾਂ ਦੇ ਚੱਕਰਾਂ 'ਚ ਨਾ ਪਾਓ। ਬਿਲਕੁਲ। ਪਰ ਜੇ ਸਰਕਾਰ ਦੇ ਕਦਮਾਂ ਦੀ ਗੱਲ ਕਰੀਏ ਬਾਈ ਜੀ, ਕਰਪਸ਼ਨ ਤੇ ਕਦਮ, ਇੱਕ WhatsApp ਨੰਬਰ ਜਾਰੀ ਕੀਤਾ, ਕੀ ਲੱਗਦਾ ਤੁਹਾਨੂੰ ਜਿਵੇਂ ਇਹ ਐਲਾਨ ਨੇ, ਜੇ ਗਰਾਊਂਡ ਜ਼ੀਰੋ ਤੇ ਇਹ ਲਾਗੂ ਹੁੰਦੇ ਨੇ ਤਾਂ ਪੂਰਾ ਬਦਲਾਅ ਆ ਜਾਣਾ ਜੀ? ਬਿਲਕੁਲ ਜੀ, ਬਿਲਕੁਲ। ਜਿਵੇਂ ਲੋਕਾਂ ਨੂੰ ਉਮੀਦਾਂ ਨੇ, ਲੋਕਾਂ ਨੂੰ ਇੱਕ ਨਵੀਂ ਉਮੀਦ ਦੇ ਨਾਲ ਨਵੀਂ ਸਰਕਾਰ ਨੂੰ ਲੈ ਕੇ ਆਏ ਨੇ। ਬਹੁਤ ਕੁਝ ਹੋ ਸਕਦਾ ਜੇ 0 ਗਰਾਊਂਡ ਤੇ ਹੋਵੇ, ਪਰ ਜਿਵੇਂ ਜਿਵੇਂ ਇਹ ਨੰਬਰ ਇਹ ਜਾਰੀ ਕੀਤਾ ਗਿਆ, ਜੇ ਨੰਬਰ ਨੂੰ 0 ਗਰਾਊਂਡ ਤੋਂ ਸਹੀ ਢੰਗ ਨਾਲ ਇਹਦਾ ਇਸਤੇਮਾਲ ਕੀਤਾ ਜਾਵੇ ਤਾਂ 0 ਗਰਾਊਂਡ ਤੇ ਜਿਹੜਾ ਇਹ ਭ੍ਰਿਸ਼ਟਾਚਾਰ ਖਤਮ ਹੋ ਸਕਦਾ। ਪਰ ਲੱਗਦਾ ਨਹੀਂ, ਕਿਉਂਕਿ ਬਹੁਤ ਹੱਦ ਤੱਕ ਸਾਡੇ ਲੋਕ ਨੇ ਜਿਹੜੇ ਇਹ ਜਿਹੜਾ ਭ੍ਰਿਸ਼ਟਾਚਾਰ ਦੇ ਆਦੀ ਹੋ ਚੁੱਕੇ ਨੇ। ਇੱਕ ਕਾਹਲ ਹੋਈ ਪਈ ਆ, ਹਰੇਕ ਜਦੋਂ ਮਹਿਕਮੇ ਦੇ ਵਿੱਚ ਜਾਂਦੇ ਅਸੀਂ, ਸਾਨੂੰ ਹੁੰਦਾ ਵੀ ਸਾਨੂੰ 10 ਮਿੰਟ ਖੜਨਾ ਨਾ ਪਵੇ, ਸਾਨੂੰ ਵੇਟ ਨਾ ਕਰਨੀ ਪਵੇ, ਇੱਕ ਦੂਜੇ ਨਾਲੋਂ ਅੱਗੇ ਹੋ ਕੇ ਅਸੀਂ ਆ ਖੁਦ ਰੁਪਈਏ ਦੇ ਕੇ ਜਲਦੀ ਕੰਮ ਕਰਾਉਣ ਦੇ ਚੱਕਰ 'ਚ ਪੂਰਾ ਸਿਸਟਮ ਗੰਦਾ ਕਰ ਲੈਂਦੇ ਆ। ਸੋ ਲੋਕਾਂ ਨੂੰ ਵੀ ਅਪੀਲ ਆ ਵੀ ਜਿਵੇਂ ਸਰਕਾਰ ਚਾਹੁੰਦੀ ਆ, ਜਾਂ ਸਰਕਾਰ ਨਵੇਂ ਤੋਂ ਨਵਾਂ ਲੈ ਕੇ ਆ ਰਹੀ ਆ, ਘੱਟੋ ਘੱਟ ਕੁਝ ਟਾਈਮ ਸਬਰ ਦੇ ਨਾਲ ਅਸੀਂ ਸਰਕਾਰ ਦਾ ਸਾਥ ਦਈਏ, ਤਾਂ ਜੋ 0 ਗਰਾਊਂਡ ਤੇ ਜੋ ਵੱਡਾ ਭ੍ਰਿਸ਼ਟਾਚਾਰ ਆ ਉਹਦੇ ਨੱਥ ਪਾਈ ਜਾ ਸਕੇ ਜੀ। ਬਿਲਕੁਲ ਜੀ। ਸੋ ਗਰਾਊਂਡ ਜ਼ੀਰੋ ਤੋਂ ਮੰਡੀਆਂ ਦੀ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਕਿਸਾਨ ਆਗੂ ਮਾਯੂਸ ਨੇ, ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਨਿਕਾਲ ਦਾ ਵੱਡਾ ਘਾਟਾ ਪਿਆ, ਝਾੜ ਬਹੁਤ ਘਟਿਆ। ਬਾਈ ਜੀ ਮੌਜੂਦ ਨੇ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਇਹਨਾਂ ਨੇ ਦੱਸੇ ਦਿੱਤਾ ਝਾੜ ਦਾ ਜਿਹੜੀ ਜ਼ਿਮੀਂਦਾਰਾਂ ਨੇ ਬੀਤੀ ਹੈ ਉਹੀ ਆ ਤੁਹਾਡੇ ਸਾਹਮਣੇ। ਉਹ ਕਿਸਾਨ ਨੇ ਤਾਂ ਕੀਤਾ ਨਹੀਂ, ਦਾਣਾ ਮੱਝ ਤਾਂ ਕੁਦਰਤ ਦੀ ਮਾਰ ਪਈ ਆ ਸਾਡੇ ਤੇ, ਉਹਨੇ ਕੀਤਾ। ਬਾਕੀ ਤੁਸੀਂ ਬਹੁਤ ਫਸਲਾਂ ਦੇਖੀਆਂ ਨੇ, ਕਦੇ ਇੰਨਾ ਝਾੜ ਕਣਕ ਦਾ ਘੱਟ ਹੋਇਆ ਜੀ? ਬਿਲਕੁਲ ਹੋ ਸਕਦਾ, ਕਦੇ ਨਹੀਂ ਹੋਇਆ। ਪਹਿਲਾਂ ਜੀਰੀ ਮਾਰ ਕੇ ਹੁਣ ਜੱਟਾਂ ਨੂੰ ਆ ਮਾਰ ਗਈ। ਇਹ ਤਾਂ ਹੁਣ ਸਰਕਾਰਾਂ ਦੇਖਣ ਜਾਂ ਤੁਸੀਂ ਲੋਕ ਕੁਝ ਕਰ ਸਕਦੇ ਤਾਂ ਕੋਈ ਉਹ ਨਹੀਂ ਕਰ ਸਕਦੇ। ਘਾਟਾ ਵੱਡਾ ਪਿਆ ਜੀ? ਬੜੇ ਤੇ ਬੜਾ ਘਾਟਾ ਹੈ, ਜੋ ਘਾਟਾ ਮੇਰੀ ਜ਼ਿੰਦਗੀ 'ਚ ਹੋਈ ਨਹੀਂ। ਹਾਂ ਬਿਲਕੁਲ ਜੀ। ਸੋ ਵੱਡਾ ਕਣਕ 'ਚ ਘਾਟਾ ਪੈ ਰਿਹਾ ਕਿਸਾਨਾਂ ਨੂੰ, ਕਿਉਂਕਿ ਦੱਸਿਆ ਜਾ ਰਿਹਾ
ਕਿ ਤਕਰੀਬਨ 1 ਏਕੜ 'ਚ ਜੇ ਗੱਲਬਾਤ ਕਰੀਏ ਤਾਂ 10 ਤੋਂ 12 ਕੁਆਂਟਲ ਦਾ ਘਾਟਾ ਪਿਆ। 24-25 ਹਜ਼ਾਰ ਰੁਪਏ ਦਾ 1 ਏਕੜ ਦਾ ਘਾਟਾ ਪੈ ਰਿਹਾ। ਸੋ ਅਨਾਜ ਮੰਡੀ ਨਾਭਾ 'ਚ ਮੌਜੂਦ ਹਾਂ ਅਤੇ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਰਿਪੋਰਟ ਦਿਖਾ ਰਿਹਾ। ਸਾਡੇ ਨਾਲ ਆੜ੍ਹਤੀਆਂ ਦੇ ਮੁਨੀਮ ਵੀ ਮੌਜੂਦ ਨੇ, ਬਾਈ ਜੀ ਮੌਜੂਦ ਨੇ। ਬਾਈ ਜੀ ਕੀ ਨਾਮ ਆ ਆਪਣਾ? ਜਸਦੇਵ ਸਿੰਘ ਜੀ। ਜਸਦੇਵ ਜੀ, ਕਿਵੇਂ ਦੇਖ ਰਹੇ ਹੋ ਤੁਸੀਂ? ਇਸ ਵਾਰ ਦੱਸਿਆ ਜਾ ਰਿਹਾ ਕਿ ਬਹੁਤ ਮਤਲਬ ਝਾੜ ਘਟਾ, ਕਿੰਨਾ ਕੁ ਲੱਗਦਾ ਤੁਹਾਨੂੰ ਝਾੜ ਘਟ? ਝਾੜ ਕਮ ਸੇ ਕਮ ਬਾਈ ਜੀ ਬਿੱਗੇ 'ਚ ਪਰ ਵਿਗਾ 1.5 ਕੁਇੰਟਲ ਦਾ ਲਗਭਗ ਘੱਟ ਹੈ ਜੀ। ਠੀਕ ਹੈ। ਪਰ ਵਿਗੇ 'ਚੋਂ 1.5 ਕੁਇੰਟਲ ਘਟਦਾ ਜੀ। ਠੀਕ ਹੈ। ਬਹੁਤ ਦਾਣਾ ਮਾਜੂ ਪੈ ਗਿਆ ਜੀ ਕਣਕ ਦਾ। ਕਣਕ ਦੇ ਹਾਲਾਤ ਮਤਲਬ ਬਿਲਕੁਲ ਹੀ ਦਾਣੇ 'ਚ ਜਾਣ ਹੀ ਨਹੀਂ ਹੈ। ਠੀਕ ਹੈ। ਇਸ ਕਰਕੇ ਬਹੁਤ ਜ਼ਿਆਦਾ ਘੱਟ ਝਾੜ ਹੈ। ਤਾਈਓ ਖਰੀਦ ਏਜੰਸੀਆਂ ਨੇ ਕਿਤੇ ਨਾ ਕਿਤੇ ਸ਼ੰਕਾ ਜ਼ਾਹਿਰ ਕੀਤੀ ਕਿ ਕਣਕ ਦੀ ਕੁਆਲਿਟੀ ਵਧੀਆ ਨਹੀਂ ਜੀ। ਬਿਲਕੁਲ ਜੀ, ਮਾਲ ਇੱਥੋਂ ਲੋਡ ਹੋਣ ਲੱਗਿਆ ਸੀਗਾ ਜੀ, ਐਫਸੀ ਨੇ ਰੋਕ ਲਿਆ, ਕਹਿੰਦੇ ਵੀ ਸਾਡੇ ਕੁਆਲਿਟੀ ਫਿੱਟ ਨਹੀਂ ਹੈ ਇਹ। ਇਸ ਕਰਕੇ ਜਦੋਂ ਰੁਕ ਗਿਆ ਜੀ, ਫਿਰ ਇੱਥੇ ਸਰਕਾਰ ਮਹਿਕਮੇ ਨੇ ਹੜਤਾਲ ਕਰਤੀ ਵੀ ਅਸੀਂ ਪਰਚੇਜ ਜੇ ਕਰਾਂਗੇ ਤਾਂ ਮਾਲ ਉਤਰੂਗਾ ਕਿੱਥੇ। ਫਿਰ ਉਸ ਕਰਕੇ ਰੁਕ ਗਿਆ ਸੀ 2 ਦਿਨ, ਰੁਕਿਆ ਰਿਹਾ। ਅੱਜ ਵੀ ਤਰੀਕ ਬੰਦੇ ਸੀਗਾ। ਠੀਕ ਹੈ। ਵੈਸੇ ਹੁਣ ਤਾਂ ਹਰੀ ਝੰਡੀ ਮਿਲ ਗਈ ਦੁਬਾਰਾ, ਕਿਉਂਕਿ ਮੀਟਿੰਗ ਵੀ ਹੋਈ ਆ ਉੱਪਰ ਕੇਂਦਰ ਨਾਲ। ਕਹਿੰਦੇ ਮੀਟਿੰਗ ਹੋਈ ਸੀਗੀ, ਕੁਛ ਆਉਣੀ ਸੀ ਉੱਪਰੋਂ ਟੀਮ ਆਈ ਹੋਣੀ, ਸ਼ਾਇਦ ਉਹ ਦੇਖ ਕੇ ਗਏ ਹੋਣੇ। ਹਾਲਾਤ ਵੈਸੇ ਵਧੀਆ ਨਹੀਂ ਹੈਗੇ, ਬਹੁਤ ਜ਼ਿਆਦਾ ਮਾੜੇ ਹਾਲਤ ਹੈ ਕਣਕ ਦੇ। ਠੀਕ ਹੈ, ਜਿਵੇਂ ਕਿ ਨਿਕਾਲ ਝਾੜ ਬਹੁਤ ਘਟਿਆ। ਬਹੁਤ ਜ਼ਿਆਦਾ ਘਟਿਆ ਜੀ, ਬਹੁਤ ਜ਼ਿਆਦਾ ਨੁਕਸਾਨ। ਠੀਕ ਹੈ। ਜਸਦੇਵ ਜੀ, ਕਿੰਨਾ ਕੁ ਮਾਲ ਆ ਗਿਆ ਇੱਥੇ ਨਾਭੇ ਅਨਾਜ ਮੰਡੀ ਦੀ? ਵੀ ਕਿੰਨਾ ਕੁ ਤਕਰੀਬਨ ਅੱਧੀ ਕਣਕ ਵੱਢੀ ਗਈ ਜਾਂ ਅੱਧੀ ਤੋਂ ਜ਼ਿਆਦਾ? ਅੱਧੀ ਤੋਂ ਤਕਰੀਬਨ ਜ਼ਿਆਦਾ ਹੀ ਵੱਢੀ ਹੋਣੀ ਹੈ, 50% ਤੋਂ 60-70% ਆ ਗਿਆ ਮਾਲ। ਠੀਕ ਹੈ। ਹਾਂ, ਮਾਲ ਦਾ ਹੋ ਰਿਹਾ ਜੀ, ਆਉਂਦੀ ਹੈ ਟਰਾਲੀ, ਪਹਿਲਾਂ ਪੂਰੀ ਭਰ ਕੇ ਆਉਂਦੀ ਸੀ, ਹੁਣ ਤਕਰੀਬਨ ਅੱਧੀ ਕੇ ਰਹਿ ਜਾਂਦੀ ਹੈ ਜੀ। ਠੀਕ ਹੈ। ਪੂਰਾ ਵਾਲਾ ਫਿਰਦਾ ਮਾਲ, ਕੁਝ ਬਣਦਾ ਹੀ ਨਹੀਂ। ਬਿਲਕੁਲ, ਜਾਨੀ ਕਿ ਜਿਹੜਾ ਕਿਸਾਨ 200 ਕੁਇੰਟਲ ਲੈ ਕੇ ਆਉਂਦਾ ਸੀ ਉਹਦੀ 125 ਕੁਇੰਟਲ ਰਹਿ ਗਈ ਜੀ। ਲਗਭਗ ਜੀ, ਬਿਲਕੁਲ ਬਸ ਇੰਨਾ ਘੱਟ ਹੈ ਜੀ। ਠੀਕ ਹੈ। ਕਾਫੀ ਵੱਡਾ ਘਾਟਾ ਪਿਆ। ਬਹੁਤ ਜ਼ਿਆਦਾ ਜੀ। ਪੇਮੈਂਟ ਦਾ ਅੱਗੇ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਜੀ, ਅੱਗੇ ਖਰਚੇ ਨਹੀਂ ਚੱਲੇ ਜਾਣੇ। ਜਿਹਦੇ ਠੇਕੇ ਦੇ ਜ਼ਮੀਨਾਂ ਸੀਗੀਆਂ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਉਹਨਾਂ ਦਾ। ਹੁਣ ਪਹਿਲਾਂ ਜੀਰੀ ਨੁਕਸਾਨ ਕਰ ਗਈ ਜੀ, ਹੁਣ ਬਹੁਤ ਕਣਕ ਦਾ ਬਹੁਤ ਜ਼ਿਆਦਾ ਭਾਰੀ ਘੱਟਾ ਜੀ। ਠੀਕ ਹੈ। ਬਾਕੀ ਕਿਵੇਂ ਲੱਗਦਾ ਕਿੰਨੇ ਕੁ ਦਿਨ ਸੀਜ਼ਨ ਚੱਲਣ ਵਾਲਾ? ਇਹ ਤਾਂ ਮਤਲਬ 2-3 ਦਿਨਾਂ 'ਚ ਨੇੜੇ ਲੱਗ ਜੂਗਾ। ਸੀਜ਼ਨ ਤਕਰੀਬਨ ਬਸ 20 ਤਰੀਕ ਲੰਘਦੀ ਨਹੀਂ ਜੀ, 20 ਤੋਂ ਪਹਿਲਾਂ ਖਤਮ ਹੋ ਜਾਣਾ ਜੀ ਸਾਰਾ ਕੁਝ। ਕਿਉਂਕਿ ਨਹੀਂ ਪਹਿਲਾਂ 15 ਤਰੀਕ ਤੋਂ ਸ਼ੁਰੂ ਹੋਣਾ ਸੀਗਾ। ਜੇ ਦਾਣੇ ਦੀ ਜਾਨ ਹੁੰਦੀ ਤਾਂ ਕਣਕ ਨੇ ਟਾਈਮ ਲੈ ਕੇ ਪੱਕਣਾ ਸੀਗਾ, ਜਲਦੀ ਪੱਕ ਗਈ, ਉਸ ਕਰਕੇ ਹੁਣ ਤਕਰੀਬਨ 20 ਤੱਕ ਸਭ ਕੁਝ ਖਤਮ ਹੋ ਜਾਣਾ ਜੀ। ਹਰ ਵਾਰ ਦੇਖਦੇ ਸੀ ਕਿ ਵਿਸਾਖੀ ਤੋਂ ਬਾਅਦ ਜ਼ੋਰ ਫੜਦੇ ਸੀ ਮਸ਼ੀਨਾਂ ਜਾਂ ਮੰਡੀਆਂ ਜੋ ਭਰਦੀਆਂ ਤੀਆਂ ਮਸ਼ੀਨਾਂ ਜ਼ਿਆਦਾ ਚੱਲਦੀਆਂ ਤੀਆਂ, ਉਹ ਵਿਸਾਖੀ ਤੋਂ ਬਾਅਦ ਹੁੰਦੀਆਂ ਸੀ, ਪਰ ਇਸ ਵਾਰ ਵਿਸਾਖੀ ਤੋਂ ਪਹਿਲਾਂ ਹੀ। ਬਿਲਕੁਲ ਜੀ, ਪਹਿਲਾਂ ਤਕਰੀਬਨ 15-16 ਤਰੀਕ ਨੂੰ ਸ਼ੁਰੂ ਹੁੰਦਾ ਸੀ ਕੰਮ ਜੀ ਜਾ ਕੇ। ਹੁਣ ਇਸ ਵਾਰ 15-16 ਤੱਕ ਤਕਰੀਬਨ ਮਿਲਦਾ 80% ਮਾਲ ਆ ਜਾਣਾ ਜੀ। ਅੱਜ ਤੱਕ ਆ ਗਿਆ, ਜਿਹੜਾ 20 ਤੱਕ ਤਾਂ ਬਿਲਕੁਲ ਖਤਮ ਹੋ ਜਾਣਾ ਜੀ। ਖੇਤਾਂ 'ਚ ਤਕਰੀਬਨ ਹੈ ਹੀ ਨਹੀਂ, ਬਹੁਤ ਪਿੰਡ ਤਕਰੀਬਨ ਨਿਬੇੜ ਚੁੱਕੇ ਜੀ ਕੰਮ। ਠੀਕ ਹੈ, ਬਿਲਕੁਲ ਜੀ। ਸੋ ਅਨਾਜ ਮੰਡੀ ਨਾਭਾ ਦੀ ਗੱਲ ਕਰਾਂਗੇ, ਤਕਰੀਬਨ 60% ਮਾਲ 60% ਮਾਲ ਪਹੁੰਚ ਚੁੱਕਿਆ, ਜਾਨੀ ਕਿ ਅੱਧੀ ਤੋਂ ਜ਼ਿਆਦਾ ਕਟਾਈ ਹੋ ਚੁੱਕੀ ਆ ਅਤੇ ਆਉਣ ਵਾਲੇ 2-3 ਦਿਨਾਂ 'ਚ ਕੰਪਲੀਟ ਹੋ ਜਾਣੀ ਹੈ ਕਟਾਈ, ਕਿਉਂਕਿ ਗਰਮੀ ਨੇ ਇੱਕ ਟੈਂਪਰੇਚਰ ਦਾ ਇੱਕੋ ਲਖਤ ਫਰਕ ਪਿਆ, ਜਿਸ ਕਾਰਨ ਕਣਕਾਂ ਐਡਵਾਂਸ 'ਚ ਪੱਕ ਗਈਆਂ ਅਤੇ ਦਾਣੇ ਮਾਜੂ ਰਹਿ ਗਏ, ਜਿਸ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ। ਕਿਸਾਨ ਵੀ ਮਾਯੂਸ ਨੇ ਕਿ ਕਦੇ ਇੰਨਾ ਝਾੜ ਘੱਟ ਕਣਕ ਦਾ ਨਹੀਂ ਦੇਖਿਆ ਜਿੰਨਾ ਇਸ ਵਾਰ ਹੈ। ਸੁਖਵੀਰ ਸਿੰਘ ਥੂਈ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।